ਬਹੁਤ ਟਾਈਮ ਪਹਿਲਾਂ ਬੈਬੀਲੋਨ ਦੇ ਇੱਕ ਸ਼ਹਿਰ 'ਚ ਐਰਕਡ ਨਾਮ ਦਾ ਇੱਕ ਆਦਮੀ ਰਹਿੰਦਾ ਸੀ ਜੋ ਮਿੱਟੀ ਦੀਆਂ ਫੱਟੀਆਂ ਉੱਤੇ ਲਿਖਣ ਦਾ ਕੰਮ ਕਰਦਾ ਸੀ। ਐਰਕਡ ਬਹੁਤ ਗਰੀਬ ਸੀ ਤੇ ਇੱਕ ਦਿਨ ਉਹ ਸੋਚ ਰਿਹਾ ਸੀ ਕਿ ਅਮੀਰ ਲੋਕੀ ਆਪਣੀ ਲਾਈਫ ਨੂੰ ਕਿੰਨਾ ਇੰਜੋਏ ਕਰਦੇ ਹਨ। ਉਹ ਵਧੀਆ ਕੱਪੜੇ ਪਾਉਂਦੇ ਹਨ, ਮਨ ਚਾਹੀਆਂ ਚੀਜ਼ਾਂ ਖਾਂਦੇ ਹਨ, ਉਹਨਾਂ ਕੋਲ ਕਿੰਨੇ ਸੋਹਣੇ ਰੱਥ ਹੁੰਦੇ ਹਨ। ਜੇ ਮੈਂ ਵੀ ਆਪਣੀ ਜ਼ਿੰਦਗੀ 'ਚ ਇਹਨਾਂ ਸਭ ਚੀਜ਼ਾਂ ਦਾ ਲੁਫ਼ਤ ਉਠਾਉਣਾ ਚਾਹੁੰਦਾ ਹਾਂ ਤਾਂ ਮੈਨੂੰ ਵੀ ਅਮੀਰ ਬਣਨਾ ਪਵੇਗਾ। ਪਰ ਮੇਰੀ ਕਮਾਈ ਹੀ ਇੰਨੀ ਥੋੜੀ ਹੈ ਕਿ ਘਰ ਦੀਆਂ ਜ਼ਰੂਰਤਾਂ ਹੀ ਮਸਾਂ ਪੂਰੀਆਂ ਹੁੰਦੀਆਂ ਹਨ। ਨਾ ਤਾਂ ਕੋਈ ਵਧੀਆ ਕੱਪੜੇ ਖਰੀਦੇ ਜਾਂਦੇ ਹਨ ਅਤੇ ਨਾ ਹੀ ਕਿਸੇ ਵਧੀਆ ਜਗ੍ਹਾ ਤੇ ਜਾ ਕੇ ਦਾਵਤ ਖਾਧੀ ਜਾਂਦੀ ਹੈ। ਐਰਕਡ ਆਪਣੀਆਂ ਸੋਚਾਂ ਵਿੱਚ ਡੁੱਬਿਆ ਹੋਇਆ ਸੀ ਕਿ ਉੱਥੇ ਇੱਕ ਐਲਗੈਮਿਸ਼ ਨਾਮ ਦਾ ਬੁੱਢਾ ਆਦਮੀ ਆਉਂਦਾ ਹੈ ਜੋ ਕਿ ਬੈਬੀਲੋਨ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਹੁੰਦਾ ਹੈ। ਉਹ ਐਰਕਡ ਨੂੰ ਕਹਿੰਦਾ ਹੈ ਕਿ ਉਸ ਨੂੰ ਇੱਕ ਮਿੱਟੀ ਦੀ ਫੱਟੀ ਉੱਤੇ ਕੁਝ ਲਿਖਵਾਉਣਾ ਹੈ ਤੇ ਉਸ ਨੂੰ ਇਹ ਕੰਮ 2 ਦਿਨਾਂ ਵਿੱਚ ਪੂਰਾ ਚਾਹੀਦਾ ਹੈ। ਐਰਕਡ ਉਸ ਦੀ ਗੱਲ ਨੂੰ ਅਣਸੁਣਾ ਕਰ ਦਿੰਦਾ ਹੈ। ਜਦੋਂ ਐਲਗੈਮਿਸ਼ ਵਾਪਸ ਆਉਂਦਾ ਹੈ ਤਾਂ ਉਸ ਦਾ ਕੰਮ ਪੂਰਾ ਨਹੀਂ ਹੁੰਦਾ। ਉਹ ਐਰਕਡ ਤੇ ਬਹੁਤ ਗੁੱਸਾ ਹੁੰਦਾ ਹੈ ਤੇ ਕਹਿੰਦਾ ਹੈ ਕਿ ਉਹ ਉਸ ਦੀ ਸ਼ਿਕਾਇਤ ਉਸ ਦੇ ਮਾਲਿਕ ਕੋਲ ਕਰੇਗਾ। ਐਰਕਡ ਡਰ ਜਾਂਦਾ ਹੈ ਤੇ ਐਲਗੈਮਿਸ਼ ਨੂੰ ਕਹਿੰਦਾ ਹੈ ਕਿ ਉਹ ਅੱਜ ਸਾਰੀ ਰਾਤ ਕੰਮ ਕਰਕੇ ਸਵੇਰ ਤੱਕ ਫੱਟੀ ਤਿਆਰ ਕਰ ਦੇਵੇਗਾ। ਪਰ ਕੀ ਉਹ ਉਸ ਨੂੰ ਅਮੀਰ ਬਣਨ ਦਾ ਤਰੀਕਾ ਦੱਸੇਗਾ? ਐਲਗੈਮਿਸ਼ ਹੱਸ ਪੈਂਦਾ ਹੈ ਤੇ ਕਹਿੰਦਾ ਹੈ ਕਿ ਚੱਲ ਸਵੇਰੇ ਵੇਖਾਂਗੇ। ਅਗਲੇ ਦਿਨ ਐਲਗੈਮਿਸ਼ ਫੱਟੀ ਲੈਣ ਲਈ ਆਉਂਦਾ ਹੈ ਤੇ ਐਰਕਡ ਆਪਣੇ ਵਾਅਦੇ ਮੁਤਾਬਿਕ ਕੰਮ ਪੂਰਾ ਕਰਕੇ ਦਿੰਦਾ ਹੈ। ਐਰਕਡ ਕਹਿੰਦਾ ਹੈ ਕਿ ਉਸ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ ਤੇ ਉਹ ਐਲਗੈਮਿਸ਼ ਤੋਂ ਅਮੀਰ ਹੋਣ ਦਾ ਤਰੀਕਾ ਪੁੱਛਦਾ ਹੈ। ਐਲਗੈਮਿਸ਼ ਕਹਿੰਦਾ ਹੈ ਕਿ ਸਾਡੀ ਕਮਾਈ ਦਾ ਕੁਝ ਹਿੱਸਾ ਸਿਰਫ ਸਾਡੇ ਲਈ ਹੁੰਦਾ ਹੈ, ਮਤਲਬ ਮੈਂ ਜੋ ਕਮਾਉਂਦਾ ਹਾਂ ਉਹ ਮੇਰਾ ਹੀ ਤਾਂ ਹੈ। ਐਲਗੈਮਿਸ਼ ਉਸ ਨੂੰ ਦੱਸਦਾ ਹੈ ਕਿ ਜਦ ਸਾਨੂੰ ਤਨਖਾਹ ਮਿਲਦੀ ਹੈ ਤਾਂ ਸਾਨੂੰ ਇਹ ਤਾਂ ਯਾਦ ਰਹਿੰਦਾ ਹੈ ਕਿ ਮਕਾਨ ਮਾਲਿਕ ਨੂੰ ਪੈਸੇ ਦੇਣੇ ਹਨ, ਸਬਜ਼ੀ ਵਾਲੇ ਨੂੰ ਪੈਸੇ ਦੇਣੇ ਹਨ, ਕੱਪੜੇ ਵਾਲੇ ਨੂੰ ਪੈਸੇ ਦੇਣੇ ਹਨ, ਪਰ ਸਾਨੂੰ ਇਹ ਯਾਦ ਨਹੀਂ ਰਹਿੰਦਾ ਕਿ ਸਾਨੂੰ ਆਪਣੇ ਆਪ ਨੂੰ ਵੀ ਪੈਸੇ ਦੇਣੇ ਹੁੰਦੇ ਹਨ। ਇਸ ਲਈ ਤੇਰੀ ਕਮਾਈ ਦਾ 10ਵਾਂ ਹਿੱਸਾ ਸਿਰਫ ਤੇਰਾ ਹੈ। ਉਸ ਉੱਤੇ ਕਿਸੇ ਦਾ ਹੱਕ ਨਹੀਂ ਹੈ, ਨਾ ਹੀ ਮਕਾਨ ਮਾਲਿਕ ਦਾ, ਨਾ ਹੀ ਸਬਜ਼ੀ ਵਾਲੇ ਦਾ ਤੇ ਨਾ ਹੀ ਕੱਪੜੇ ਵਾਲੇ ਦਾ। ਉਹ ਹਿੱਸਾ ਸਿਰਫ ਤੇਰਾ ਹੈ ਤੇ ਬਾਕੀ ਦੇ ਪੈਸਿਆਂ ਨਾਲ ਤੂੰ ਗੁਜ਼ਾਰਾ ਕਰਨਾ ਹੈ। ਇਹ ਕਹਿ ਕੇ ਐਲਗੈਮਿਸ਼ ਉੱਥੋਂ ਚਲਾ ਜਾਂਦਾ ਹੈ। ਅਗਲੇ ਸਾਲ ਐਲਗੈਮਿਸ਼ ਫਿਰ ਐਰਕਡ ਕੋਲ ਆਉਂਦਾ ਹੈ। ਐਰਕਡ ਉਹਨੂੰ ਦੇਖ ਕੇ ਖੁਸ਼ ਹੋ ਜਾਂਦਾ ਹੈ। ਐਲਗੈਮਿਸ਼ ਉਸ ਤੋਂ ਪੁੱਛਦਾ ਹੈ ਕਿ ਜਿਵੇਂ ਮੈਂ ਤੈਨੂੰ ਕਿਹਾ ਸੀ ਕੀ ਤੂੰ ਉਦਾਂ ਕੀਤਾ? ਐਰਕਡ ਕਹਿੰਦਾ ਹੈ ਕਿ ਹਾਂ, ਮੈਂ ਆਪਣੀ ਕਮਾਈ ਦਾ 10ਵਾਂ ਹਿੱਸਾ ਆਪਣੇ ਲਈ ਰੱਖਿਆ ਤੇ ਬਾਕੀ ਦਾ 90% ਆਪਣੀ ਘਰਵਾਲੀ ਨੂੰ ਦਿੱਤਾ, ਜਿਸ ਚੋਂ ਅਸੀਂ ਘਰ ਦਾ ਖਰਚਾ ਚਲਾਉਂਦੇ ਸੀ। ਮੈਂ ਏਦਾਂ 1 ਸਾਲ ਤੱਕ ਕੀਤਾ ਤੇ ਮੇਰੇ ਕੋਲ ਕਾਫੀ ਪੈਸੇ ਇਕੱਠੇ ਹੋ ਗਏ। ਐਲਗੈਮਿਸ਼ ਕਹਿੰਦਾ ਹੈ ਕਿ ਫਿਰ ਤੂੰ ਉਹਨਾਂ ਪੈਸਿਆਂ ਦਾ ਕੀ ਕੀਤਾ? ਐਰਕਡ ਕਹਿੰਦਾ ਹੈ ਕਿ ਮੈਂ ਉਹ ਪੈਸੇ ਆਪਣੇ ਇੱਕ ਦੋਸਤ ਨੂੰ ਦੇ ਦਿੱਤੇ। ਉਹ ਇੱਟਾਂ ਬਣਾਉਣ ਦਾ ਕੰਮ ਕਰਦਾ ਹੈ ਤੇ ਉਸ ਨੇ ਕਿਸੇ ਦੂਜੇ ਦੇਸ਼ ਜਾਣਾ ਸੀ। ਮੈਂ ਉਸ ਨੂੰ ਆਪਣੀ ਸਾਰੀ ਬਚਤ ਦੇ ਦਿੱਤੀ ਤੇ ਕਿਹਾ ਕਿ ਉਹ ਕੁਝ ਮੋਤੀ ਲੈ ਕੇ ਆਵੇ ਜੋ ਮੈਂ ਇੱਥੇ ਵੇਚ ਕੇ ਪੈਸੇ ਕਮਾ ਸਕਾਂ। ਐਲਗੈਮਿਸ਼ ਹੱਸ ਕੇ ਕਹਿੰਦਾ ਹੈ ਕਿ ਐਰਕਡ, ਜਦ ਤੂੰ ਬਿਮਾਰ ਹੁੰਦਾ ਹੈ ਤਾਂ ਤੂੰ ਹਕੀਮ ਕੋਲ ਜਾਂਦਾ ਹੈ ਜਾਂ ਹਲਵਾਈ ਕੋਲ? ਐਰਕਡ ਕਹਿੰਦਾ ਹੈ ਕਿ ਹਕੀਮ ਕੋਲ। ਐਲਗੈਮਿਸ਼ ਕਹਿੰਦਾ ਹੈ ਕਿ ਫਿਰ ਤੂੰ ਇੱਟਾਂ ਬਣਾਉਣ ਵਾਲੇ ਨੂੰ ਮੋਤੀ ਲਿਆਉਣ ਕਿਉਂ ਭੇਜਿਆ? ਜੇ ਤੂੰ ਮੋਤੀਆਂ ਦਾ ਵਪਾਰੀ ਹੀ ਬਣਨਾ ਸੀ ਤਾਂ ਕਿਸੇ ਜੋਹਰੀ ਕੋਲ ਜਾਣਾ ਸੀ। ਐਰਕਡ ਸੋਚਾਂ 'ਚ ਡੁੱਬ ਜਾਂਦਾ ਹੈ। ਐਲਗੈਮਿਸ਼ ਕਹਿੰਦਾ ਹੈ ਕਿ ਚੱਲ ਕੋਈ ਗੱਲ ਨਹੀਂ, ਜੋ ਹੋ ਗਿਆ ਸੋ ਹੋ ਗਿਆ, ਦੁਬਾਰਾ ਸ਼ੁਰੂਆਤ ਕਰ, ਇਸ ਵਾਰੀ ਸਹੀ ਬੰਦੇ ਕੋਲ ਹੀ ਸਲਾਹ ਲੈਣ ਜਾਈਂ। ਇਹ ਕਹਿ ਕੇ ਐਲਗੈਮਿਸ਼ ਉੱਥੋਂ ਚਲਾ ਜਾਂਦਾ ਹੈ। ਕੁਝ ਸਾਲਾਂ ਬਾਅਦ ਐਲਗੈਮਿਸ਼ ਫਿਰ ਆਉਂਦਾ ਹੈ ਤੇ ਐਰਕਡ ਨੂੰ ਜਾ ਕੇ ਮਿਲਦਾ ਹੈ। ਐਲਗੈਮਿਸ਼ ਐਰਕਡ ਤੋਂ ਪੁੱਛਦਾ ਹੈ ਕਿ ਉਸ ਨੇ ਉਸ ਦੇ ਸਿਖਾਏ ਹੋਏ ਸਬਕ ਤੋਂ ਕਿੰਨੀ ਕੁ ਤਰੱਕੀ ਕਰ ਲਈ ਹੈ। ਐਰਕਡ ਕਹਿੰਦਾ ਹੈ ਕਿ ਉਸ ਨੇ ਜੋ ਪੈਸੇ ਮੋਤੀ ਖਰੀਦਣ ਲਈ ਲਾਏ ਸਨ ਉਹ ਤਾਂ ਕੰਮ ਬਰਬਾਦ ਹੋ ਗਿਆ ਕਿਉਂਕਿ ਉਸ ਦਾ ਦੋਸਤ ਨਕਲੀ ਮੋਤੀ ਖਰੀਦ ਕੇ ਲੈ ਆਇਆ। ਪਰ ਉਸ ਨੇ ਦੁਬਾਰਾ ਸ਼ੁਰੂਆਤ ਕੀਤੀ ਅਤੇ ਆਪਣੀ ਕਮਾਈ ਦਾ 10ਵਾਂ ਹਿੱਸਾ 1 ਸਾਲ ਲਈ ਫੇਰ ਬਚਾਇਆ। ਫਿਰ ਉਹਨਾਂ ਪੈਸਿਆਂ ਨੂੰ ਤਾਂਬੇ ਦੇ ਵਪਾਰੀ ਨੂੰ ਵਪਾਰ ਵਿੱਚ ਨਿਵੇਸ਼ ਕਰਨ ਲਈ ਦੇ ਦਿੱਤੇ, ਜਿਸ ਤੋਂ ਉਸ ਨੂੰ ਬਹੁਤ ਮੁਨਾਫਾ ਹੋਇਆ। ਐਲਗੈਮਿਸ਼ ਕਹਿੰਦਾ ਹੈ ਕਿ ਫਿਰ ਤੂੰ ਉਸ ਪੈਸੇ ਦਾ ਕੀ ਕੀਤਾ? ਐਰਕਡ ਕਹਿੰਦਾ ਹੈ ਕਿ ਫਿਰ ਮੈਂ ਤੇ ਮੇਰੀ ਪਤਨੀ ਨੇ ਉਸ ਪੈਸੇ ਨਾਲ ਬਹੁਤ ਵਧੀਆ ਦਾਵਤ ਖਾਧੀ, ਸੋਹਣੇ ਕੱਪੜੇ ਖਰੀਦੇ ਤੇ ਇੱਧਰ ਉੱਧਰ ਖਰਚ ਕਰ ਦਿੱਤੇ। ਐਲਗੈਮਿਸ਼ ਨੇ ਕਿਹਾ ਕਿ ਐਰਕਡ, ਤੂੰ ਮੇਰੀ ਗੱਲ ਨੂੰ ਸਮਝ ਕੇ ਪੈਸੇ ਬਚਾਉਣੇ ਤਾਂ ਸਿੱਖ ਗਿਆ, ਨਿਵੇਸ਼ ਕਰਨੇ ਵੀ ਸਿੱਖ ਗਿਆ, ਪਰ ਤੂੰ ਇੱਕ ਗਲਤੀ ਕਰ ਗਿਆ। ਜੇ ਤੂੰ ਆਪਣੇ ਪੈਸੇ ਦੇ ਪੌਦਿਆਂ ਤੇ ਫਲ ਲੱਗਣ ਤੋਂ ਪਹਿਲਾਂ ਹੀ ਉਸ ਨੂੰ ਪੁੱਟ ਦੇਵੇਂਗਾ ਤਾਂ ਫਿਰ ਤੂੰ ਉੱਥੇ ਹੀ ਪੁੱਜ ਜਾਵੇਂਗਾ ਜਿੱਥੋਂ ਤੋਂ ਸ਼ੁਰੂਆਤ ਕੀਤੀ ਸੀ। ਆਪਣੇ ਮੁਨਾਫੇ ਨੂੰ ਦੁਬਾਰਾ ਨਿਵੇਸ਼ ਕਰ ਤੇ ਉਹਨਾਂ ਚਿਰ ਕਰੀ ਜਾ ਜਿੰਨਾ ਚਿਰ ਤੇਰਾ ਲਾਇਆ ਹੋਇਆ ਪੌਦਾ ਇੱਕ ਰੁੱਖ ਨਾ ਬਣ ਜਾਵੇ। ਅਜਿਹਾ ਕਰਨ ਲਈ ਬਹੁਤ ਸਬਰ ਦੀ ਲੋੜ ਪੈਂਦੀ ਹੈ। ਐਰਕਡ ਉਸ ਦੀ ਗੱਲ ਸਮਝ ਗਿਆ। ਬਹੁਤ ਸਮਾਂ ਬੀਤ ਗਿਆ।
ਐਰਕਡ ਹੁਣ ਬਹੁਤ ਅਮੀਰ ਬਣ ਚੁੱਕਿਆ ਸੀ ਤੇ ਐਲਗਾਮੇਸ਼ ਉਸ ਕੋਲ ਦੁਬਾਰਾ ਆਇਆ। ਉਹ ਐਰਕਡ ਦੀ ਸਫਲਤਾ ਦੇਖ ਕੇ ਬਹੁਤ ਖੁਸ਼ ਹੋਇਆ। ਐਲਗਾਮੇਸ਼ ਅਰਕਡ ਨੂੰ ਕਹਿੰਦਾ ਹੈ, ਮੈਂ ਹੁਣ ਬਹੁਤ ਬੁੱਢਾ ਹੋ ਚੁੱਕਿਆ ਹਾਂ, ਮੇਰੀਆਂ ਸੰਤਾਨਾਂ ਵੀ ਨਿਕੰਮੀਆਂ ਨਿਕਲੀਆਂ ਹਨ। ਉਹਨਾਂ ਨੂੰ ਸਿਵਾਏ ਪੈਸੇ ਖਰਚ ਕਰਨ ਤੋਂ ਇਲਾਵਾ ਕੁਝ ਵੀ ਨਹੀਂ ਆਉਂਦਾ। ਜੇ ਤੂੰ ਚਾਹਵੇਂ ਤਾਂ ਮੈਂ ਤੈਨੂੰ ਆਪਣਾ ਪਾਰਟਨਰ ਬਣਾ ਸਕਦਾ ਹਾਂ। ਬਦਲੇ ਵਿੱਚ ਬਸ ਤੂੰ ਮੇਰੇ ਖੇਤਾਂ ਦਾ ਖਿਆਲ ਰੱਖਣਾ ਹੈ। ਐਰਕਡ ਝਟਪਟ ਹਾਂ ਕਰ ਦਿੰਦਾ ਹੈ ਤੇ ਐਲਗਾਮੇਸ਼ ਦਾ ਕਾਰੋਬਾਰ ਸੰਭਾਲਣ ਲੱਗ ਜਾਂਦਾ ਹੈ। ਐਲਗਾਮੇਸ਼ ਉਸ ਦੇ ਕੰਮ ਤੋਂ ਬਹੁਤ ਖੁਸ਼ ਹੁੰਦਾ ਹੈ ਤੇ ਆਪਣੇ ਮਰਨ ਪਿੱਛੋਂ ਆਪਣੀ ਜ਼ਮੀਨ ਦਾ ਕੁਝ ਹਿੱਸਾ ਐਰਕਡ ਦੇ ਨਾਂ ਕਰ ਜਾਂਦਾ ਹੈ। ਇਸ ਕਹਾਣੀ ਤੋਂ ਸਾਨੂੰ 3 ਲੈਸਨ ਸਿੱਖਣ ਨੂੰ ਮਿਲਦੇ ਹਨ। ਨੰਬਰ 1, ਆਪਣੀ ਕਮਾਈ ਦਾ ਕੁਝ ਹਿੱਸਾ ਆਪਣੇ ਲਈ ਜ਼ਰੂਰ ਰੱਖੋ ਤਾਂ ਜੋ ਉਹ ਤੁਹਾਡੇ ਮਾੜੇ ਟਾਈਮ ਵਿੱਚ ਤੁਹਾਡੇ ਕੰਮ ਆ ਸਕੇ ਤੇ ਤੁਸੀਂ ਉਹਨੂੰ ਇਨਵੈਸਟ ਕਰ ਸਕੋ। ਨੰਬਰ 2, ਹਮੇਸ਼ਾ ਕਿਸੇ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਫੀਲਡ ਦੇ ਐਕਸਪਰਟਸ ਨਾਲ ਜ਼ਰੂਰ ਸਲਾਹ ਕਰੋ। ਗਲਤ ਸਲਾਹ ਤੁਹਾਡੇ ਪੈਸਿਆਂ ਦਾ ਨੁਕਸਾਨ ਵੀ ਕਰਾ ਸਕਦੀ ਹੈ। ਨੰਬਰ 3, ਆਪਣੀ ਇਨਵੈਸਟਮੈਂਟ ਤੋਂ ਮਿਲੇ ਹੋਏ ਪ੍ਰੋਫਿਟ ਨੂੰ ਦੁਬਾਰਾ ਇਨਵੈਸਟ ਕਰੋ ਜਦੋਂ ਤੱਕ ਤੁਹਾਡੀ ਇਨਵੈਸਟਮੈਂਟ ਦਾ ਲਗਾਇਆ ਹੋਇਆ ਪੌਦਾ ਇੱਕ ਰੁੱਖ ਨਾ ਬਣ ਜਾਵੇ। ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ। ਪਲੀਜ਼ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ।